ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਕੱਚੇ ਦੇ ਡਾਕੂਆਂ ਨੇ ਇੱਕ ਦਫਾ ਫਿਰ ਪੱਕੇ ਦੀ ਇੰਤਜ਼ਾਮੀਆ ਨੂੰ ਮੁਸ਼ਕਿਲ 'ਚ ਪਾ ਦਿੱਤਾ। ਯਾਦ ਹੋਵੇਗਾ ਜਦੋਂ 2022 ਦੇ ਵਿੱਚ ਗਵਰਨਮੈਂਟ ਦਾ ਟਾਈਮ ਖਤਮ ਹੋਇਆ ਸੀ PDM ਦਾ, ਅਤੇ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਕੱਚੇ ਦੇ ਵਿੱਚ, ਔਰ ਇਹ ਜਵਾਬ ਦਿੱਤਾ ਗਿਆ ਸੀ ਕਿ ਇਲੈਕਸ਼ਨ ਵਾਸਤੇ ਅਮਨੋ ਅਮਾਨ ਦੀ ਸੂਰਤ ਹਾਲ ਖਰਾਬ ਹੈ, ਔਰ ਖ਼ਾਸ ਤੌਰ 'ਤੇ ਕੱਚੇ ਦੇ ਵਿੱਚ ਜਿਹੜੀ ਪੁਲਿਸ ਔਰ ਰੇਂਜਰਸ ਜਿਹੜੀ ਉਹ ਮਸਰੂਫ ਹੈਗੀ ਆਪਰੇਸ਼ਨ ਵਾਸਤੇ, ਇਸ ਵਾਸਤੇ ਸਿਕਿਉਰਿਟੀ ਦੇ ਇੰਤਜ਼ਾਮਾਤ ਵਾਸਤੇ ਫੋਰਸ ਦਸਤਿਆਬ ਨਹੀਂ ਹੈਗੀ। ਔਰ ਫਿਰ ਅਸੀਂ ਵੇਖਿਆ ਕਿ ਜਿਹੜੇ ਪੈਸੇ ਚਾਹੀਦੇ ਸੀ ਇਲੈਕਸ਼ਨ ਵਾਸਤੇ ਉਹ ਤਾਂ ਨਾ ਦਿੱਤੇ ਗਏ, ਉਹ ਇੰਤਜ਼ਾਮ ਨਾ ਹੋ ਸਕਿਆ, ਪਰ ਕੱਚੇ ਦੇ ਵਿੱਚ ਆਪਰੇਸ਼ਨ ਕਰਨ ਵਾਸਤੇ ਅਰਬਾਂ ਰੁਪਏ ਜਿਹੜੇ ਸੀ ਉਹ ਫੂਕ ਦਿੱਤੇ ਗਏ। ਔਰ ਇਹ ਆਪਰੇਸ਼ਨ ਜਿਹੜਾ ਹੋਇਆ ਉਹ ਕਈ ਮਹੀਨੇ ਤੱਕ ਹੁੰਦਾ ਰਿਹਾ। ਉਹਦੇ ਵਿੱਚ ਨਾ ਕੋਈ ਗ੍ਰਿਫਤਾਰੀਆਂ ਹੋਈਆਂ, ਨਾ ਕੋਈ ਬੰਦੇ ਮਰੇ, ਬਸ ਪੁਲਿਸ ਜਾਂਦੀ ਸੀ, ਪਤਾ ਨਹੀਂ ਕਿੱਧਰ ਗੋਲੀਆਂ ਦਾ ਮੂੰਹ ਕਰਕੇ ਚਲਾ ਦਿੱਤੀਆਂ ਜਾਂਦਾ ਸੀ, ਔਰ ਫਿਰ ਦੱਸਿਆ ਜਾਂਦਾ ਸੀ ਅੱਜ ਇਹ ਕਾਰਵਾਈ ਹੋਈ, ਅੱਜ ਇਹ ਕਾਰਵਾਈ ਹੋਈ, ਅੱਜ ਪੇਸ਼ਰਫਤ ਹੋਈ, ਆ ਪੇਸ਼ਕਦਮੀ ਕੀਤੀ, ਅੱਜ ਫਲਾਣੇ ਇਲਾਕੇ ਦੇ ਵਿੱਚ ਪੁਲਿਸ ਪਹੁੰਚ ਗਈ। ਲੇਕਿਨ ਇਹਦਾ ਨਤੀਜਾ ਕੋਈ ਨਾ ਨਿਕਲਿਆ। ਇਹ ਇਸ ਤੋਂ ਪਹਿਲੇ ਵੀ ਹੋਇਆ, 2021 ਦੇ ਵਿੱਚ ਵੀ ਹੋਇਆ। ਉਦੋਂ ਵੀ ਇਹੀ ਵਜ਼ੀਰ ਆਲਾ ਸਿੰਧ ਸਨ, ਮੁਰਾਦ ਅਲੀ ਸ਼ਾਹ, ਔਰ ਉਹਨਾਂ ਨੇ ਉਦੋਂ ਵੀ ਰਿਕੁਐਸਟ ਕੀਤੀ, ਉਦੋਂ ਵੀ ਪੰਜਾਬ ਅਤੇ ਸਿੰਧ ਦੀ ਪੁਲਿਸ ਨੇ ਉੱਥੇ ਕਾਰਵਾਈ ਕੀਤੀ, ਕੁਝ ਵੀ ਨਹੀਂ ਹੋਇਆ। ਔਰ ਫਿਰ ਅਸੀਂ ਵੇਖਿਆ ਕਿ ਕੁਝ ਅਰਸਾ ਪਹਿਲੇ ਇੱਕ ਦਫਾ ਯਕੋ-ਯਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਆਉਣੀਆਂ ਸ਼ੁਰੂ ਹੋਈਆਂ ਕਿ ਕੱਚੇ ਦੇ ਜਿਹੜੇ ਡਾਕੂ ਨੇ ਉਹ ਹਥਿਆਰ ਮੋਢੇ 'ਤੇ ਰੱਖ ਕੇ ਮੋਟਰਸਾਈਕਲਾਂ 'ਤੇ ਫਿਰਦੇ ਨੇ, ਲੋਕਾਂ ਨੂੰ ਡੱਕਦੇ ਨੇ, ਔਰ ਮੋਟਰਸਾਈਕਲਾਂ 'ਤੇ ਕਈ ਦਫਾ ਕਰਤੱਵ ਵੀ ਵਿਖਾਉਂਦੇ ਨੇ, ਕਈ ਦਫਾ ਆਪਣੇ ਹਥਿਆਰ ਜਿਹੜੇ ਨੇ ਉਹਨਾਂ ਦੀ ਨੁਮਾਇਸ਼ ਕਰਦੇ ਨੇ, ਔਰ ਕਈ ਵਾਰ ਆਪਣੇ ਮੁਖਾਲਫ ਜਿਹੜੇ ਨੇ ਉਹਨਾਂ ਨੂੰ ਉਹ ਵੀਡੀਓ ਪੈਗਾਮ ਵੀ ਦਿੰਦੇ ਨੇ। ਇਹ ਪੈਗਾਮ ਦੇ ਵਿੱਚ ਮੁਕਾਮੀ ਸਰਦਾਰ ਵੀ ਹੋ ਸਕਦੇ ਨੇ, ਮੁਕਾਮੀ ਗਰੋਹ ਜਿਹੜੇ ਉਹਨਾਂ ਦੇ ਮੁਖਾਲਫ ਨੇ ਉਹ ਵੀ ਹੋ ਸਕਦੇ ਨੇ, ਅਤੇ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਵੀ ਹੋ ਸਕਦੇ ਨੇ। ਫਿਰ ਅਸੀਂ ਇੱਕ ਹੋਰ ਟਰੈਂਡ ਵੇਖਿਆ ਕਿ ਸ਼ਿਕਾਇਤ ਆਉਣੀਆਂ ਸ਼ੁਰੂ ਹੋਈਆਂ ਕਿ ਕੱਚੇ ਦੇ ਵਿੱਚ ਕੋਈ ਐਸੇ ਔਰਤਾਂ ਦਾ ਗਰੋਹ ਵੀ ਹੈਗਾ ਵੇ ਜਿਹੜਾ ਮੁਖਤਲਿਫ ਇਲਾਕੇ ਦੇ ਵਿੱਚ ਲੋਕਾਂ ਨੂੰ ਫੋਨ ਕਰਦਾ, ਉਹਨਾਂ ਨੂੰ ਟਰੈਪ ਕਰਦਾ। ਔਰ ਦੱਸਿਆ ਗਿਆ ਕਿ ਡਾਕੂਆਂ ਨੇ ਉਰਦੂ ਬੋਲਣ ਵਾਲੀਆਂ, ਪੰਜਾਬੀ ਬੋਲਣ ਵਾਲੀਆਂ, ਸਿੰਧੀ ਬੋਲਣ ਵਾਲੀਆਂ, ਪਸ਼ਤੋ ਬੋਲਣ ਵਾਲੀਆਂ ਉੱਥੇ ਔਰਤਾਂ ਰੱਖੀਆਂ ਹੋਈਆਂ ਨੇ। ਜਿੰਜ ਦੇ ਬੰਦੇ ਦੇ ਨਾਲ ਰਾਬਤਾ ਹੋਵੇ ਉਹ ਵਾਲੀ ਜ਼ੁਬਾਨ ਵਰਤਦੀਆਂ ਨੇ, ਔਰ ਉਹ ਕੁਝ ਅਰਸਾ ਉਸ ਬੰਦੇ ਦੇ ਨਾਲ ਗੱਪਸ਼ਪ ਕਰਕੇ ਉਹਨੂੰ ਮਜਬੂਰ ਕਰਦੀਆਂ ਨੇ ਕਿ ਉਹ ਕੱਚੇ ਦੇ ਇਲਾਕੇ 'ਚ ਆਵੇ। ਅਤੇ ਫਿਰ ਉਹ ਬੰਦਾ ਜਿਵੇਂ ਹੀ ਆਉਂਦਾ ਹੈ, ਜ਼ਾਹਿਰ ਹੈ ਕੋਈ ਨਾ ਕੋਈ ਸਵਾਰੀ 'ਤੇ ਤਾਂ ਆਵੇਗਾ, ਅਤੇ ਉਹਦੀ ਸਵਾਰੀ ਵੀ ਫੜੀ ਜਾਂਦੀ ਅਤੇ ਉਹ ਬੰਦਾ ਵੀ ਫੜਿਆ ਜਾਂਦਾ। ਅਤੇ ਫਿਰ ਅਸੀਂ ਵੇਖਦੇ ਹਾਂ ਕੁਝ ਵੀਡੀਓਜ਼ ਕਿ ਇੱਕ ਬੰਦਾ ਬੰਨ੍ਹਿਆ ਹੋਇਆ ਔਰ ਉਹਨੂੰ ਮਾਰਿਆ ਜਾ ਰਿਹਾ, ਅਤੇ ਉਹ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਕਿ ਮੇਰੀ ਜਾਨ ਬਚਾਓ, ਹੱਥ ਵੀ ਜੋੜਦਾ। ਫਿਰ ਅਸੀਂ ਕੁਝ ਹੋਰ ਵੀ ਵਾਰਦਾਤਾਂ ਵੇਖੀਆਂ ਕਿ ਇੱਕ ਗੱਡੀ ਦਾ ਇਸ਼ਤਿਹਾਰ ਆਉਂਦਾ ਸੋਸ਼ਲ ਮੀਡੀਆ 'ਤੇ, ਜਿਹੜੀ 50 ਲੱਖ ਦੀ ਗੱਡੀ, ਉਹਦੇ ਉੱਤੇ ਲਿਖਿਆ ਹੁੰਦਾ ਕਿ ਜਨਾਬ 15 ਲੱਖ ਦੀ ਗੱਡੀ, ਅਸੀਂ ਬੜੇ ਮਜਬੂਰ ਹਾਂ, ਵੇਚਣ ਨੂੰ ਤਿਆਰ ਹਾਂ। ਅਤੇ ਜਿਹੜਾ ਐਡਰੈਸ ਹੈ ਉਹ ਕੱਚੇ ਦਾ ਹੀ ਦਿੱਤਾ ਜਾਂਦਾ ਹੈ। ਲੋਕ ਵੇਖਦੇ ਨੇ, ਕੁਝ ਇਨਕੁਆਇਰੀਆਂ ਕਰਦੇ ਨੇ ਉੱਥੇ ਹੀ ਸੋਸ਼ਲ ਮੀਡੀਆ 'ਤੇ ਹੀ, ਔਰ ਫਿਰ ਉਹ ਪਹੁੰਚ ਜਾਂਦੇ ਨੇ। ਅਤੇ ਉਹ ਆਪ ਵੀ ਗੱਡੀ 'ਤੇ ਜਾਂਦੇ ਨੇ, ਕੋਈ 2-4 ਬੰਦੇ ਵੀ ਨਾਲ ਹੁੰਦੇ ਨੇ। ਇਰਾਦਾ ਇਹ ਹੁੰਦਾ ਕਿ ਫਿਰ ਟੁਰ ਵੀ ਲਵਾਂਗੇ, ਸਸਤੀ ਗੱਡੀ ਵੀ ਲੈ ਆਵਾਂਗੇ। ਅਤੇ ਜਦੋਂ ਉੱਥੇ ਜਾਂਦੇ ਨੇ ਤਾਂ ਗੱਡੀ ਵੀ ਨਹੀਂ ਲੱਭਦੀ, ਅਤੇ ਜਿਹੜੀ ਆਪਦੀ ਲੈ ਕੇ ਗਏ ਨੇ ਉਹ ਵੀ ਖੁੱਸ ਜਾਂਦੀ। ਇਹ ਵਾਰਦਾਤਾਂ ਇੱਕ ਤਸਲਸਲ ਦੇ ਨਾਲ ਹੋਈਆਂ। ਇੱਕ ਹੋਰ ਕੱਚੇ ਦੇ ਹਵਾਲੇ ਨਾਲ ਬੜੀ ਅਹਿਮ ਗੱਲ ਹੈ, ਮੈਂ ਪਿਛਲੇ ਕਈ ਸਾਲਾਂ ਤੋਂ ਇਹ ਸਟੱਡੀ ਕਰ ਰਿਹਾ ਇਹ ਗੱਲ, ਕਿ ਇਹ ਆਪਰੇਸ਼ਨ ਔਰ ਕੱਚੇ ਦੇ ਡਾਕੂਆਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਐਨ ਉਸ ਵਕਤ ਹੀ ਕਿਉਂ ਮੀਡੀਆ ਦੇ ਵਿੱਚ ਰਿਪੋਰਟ ਹੋਣਾ ਸ਼ੁਰੂ ਹੁੰਦੀਆਂ ਨੇ ਜਦੋਂ ਉੱਥੋਂ ਦੀਆਂ ਕਣਕਾਂ ਪੱਕ ਜਾਂਦੀਆਂ ਨੇ। ਕਿਹਾ ਜਾਂਦਾ ਹੈ ਕਿ ਇੱਥੇ ਸਿਰਫ ਡਾਕੂ ਨਹੀਂ, ਮੁਖਤਲਿਫ ਕਬੀਲੇ ਆਬਾਦ ਨੇ, ਔਰ ਉੱਥੇ ਬੰਦਿਆਂ ਦੀ ਜਿਹੜੀ ਮਜਮੂਈ ਤਾਦਾਦ ਹੈ ਉਹ ਕੋਈ 10 ਲੱਖ ਹੈ। ਔਰ ਇਹਦੇ ਵਿੱਚ ਉਹ ਵੀ ਲੋਕ ਸ਼ਾਮਿਲ ਨੇ ਜਿਹੜੇ ਮੁਕਾਮੀ ਸਰਦਾਰ ਨੇ, ਉਹਨਾਂ ਦੇ ਇਕਾਰੇ ਖਾਸ ਨੇ, ਉਹਨਾਂ ਵਾਸਤੇ ਡਾਕੇ ਵੀ ਮਾਰਦੇ ਨੇ, ਬੰਦੇ ਵੀ ਕਤਲ ਕਰਦੇ ਨੇ। ਅਤੇ ਐਸੇ ਡਾਕੂ ਵੀ ਨੇ ਜਿਹੜੇ ਡਾਕੂ ਨਹੀਂ ਹੈਗੇ, ਉਹ ਉੱਥੋਂ ਦੇ ਸਰਦਾਰਾਂ ਦੇ ਜ਼ੁਲਮ ਤੋਂ ਤੰਗ ਆ ਕੇ ਜੰਗਲਾਂ ਦੇ ਵਿੱਚ ਪਨਾਹ ਲੈ ਕੇ ਬਹਿ ਗਏ ਨੇ, ਅਤੇ ਫਿਰ ਆਪਣੀ ਹਿਫਾਜ਼ਤ ਵਾਸਤੇ ਅਤੇ ਆਪਣੀ ਰੋਜ਼ੀ ਰੋਟੀ ਵਾਸਤੇ ਉਹ ਲੋਕਾਂ ਨੂੰ ਲੁੱਟਦੇ ਨੇ। ਔਰ ਇਹ ਸਿਰਫ ਇੱਕ ਤਸਵੀਰ ਨਹੀਂ ਹੈਗੀ, ਕੱਚੇ 'ਚ ਜਿਹੜੇ ਲੋਕ ਗਏ ਨੇ ਉੱਥੇ ਦੀਆਂ ਕਈ ਤਸਵੀਰਾਂ ਸਾਡੇ ਸਾਹਮਣੇ ਰੱਖਦੇ ਨੇ। ਉਹਦੇ ਵਿੱਚ ਬੇਚਾਰਗੀ ਵੀ ਹੈ,
हुकूमत की बेहिस्सी भी है, मुकामी सरदारां दा जबर भी है, तो फिर उत्थों के ਜਿਹੜੇ ਜਰਾਇਮ ਪੇਸ਼ਾ ਲੋਕ ਨੇ ਉਹਨਾਂ ਦਾ ਜ਼ੁਲਮ ਵੀ ਉਹਦੇ ਵਿੱਚ ਸ਼ਾਮਲ ਹੈ। ਇਹ ਸਾਰੀਆਂ ਤਸਵੀਰਾਂ ਨੇ ਕੱਚੇ ਦੀਆਂ। ਕੱਚੇ ਦਾ ਇਲਾਕਾ ਕੀ ਹੈ? ਇੱਕ ਵਸੀ ਇਲਾਕਾ ਹੈ ਦਰਿਆ ਸਿੰਧ ਦਾ, ਦਰਿਆ ਸਿੰਧ ਦੇ ਦੋਵਾਂ ਕਿਨਾਰਿਆਂ ਦਾ। ਔਰ ਜਦੋਂ ਮੂਨਸੂਨ ਦੇ ਵਿੱਚ ਬਾਰਿਸ਼ਾਂ ਆਉਂਦੀਆਂ ਨੇ ਤੇ ਜਿਹੜੇ ਦੋਵੇਂ ਕਿਨਾਰੇ ਨੇ ਦਰਿਆ ਆਪਣੇ ਹਦੂਦ ਦੇ ਵਿੱਚੋਂ ਬਾਹਰ ਹੋ ਜਾਂਦਾ ਤੇ ਫਿਰ ਉਹ ਜਿਹੜਾ ਕੱਚੇ ਦਾ ਇਲਾਕਾ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੇ ਤੋਂ ਬਾਹਰ ਇੱਕ ਬੰਦ ਬਣਾਏ ਗਏ ਨੇ ਦੋਵਾਂ ਪਾਸੇ ਦਰਿਆ ਸਿੰਧ ਦੇ, ਤੇ ਉਹ ਬੰਦ ਦੇ ਵਿੱਚ ਵਿੱਚ ਜਿਹੜਾ ਇਲਾਕਾ ਆਉਂਦਾ ਉਹਨੂੰ ਕੱਚੇ ਦਾ ਕਹਿੰਦੇ। ਆਮ ਹਾਲਾਤ ਦੇ ਵਿੱਚ ਪੂਰਾ ਸਾਲ ਇੱਥੇ ਦਰਿਆ ਨਹੀਂ ਵਗਦਾ, ਇਸ ਵਾਸਤੇ ਇਸ ਇਲਾਕੇ ਦੇ ਵਿੱਚ ਫਸਲਾਂ ਕਾਸ਼ਤ ਹੁੰਦੀਆਂ ਨੇ। ਤੇ ਜਦੋਂ ਕਣਕ ਤਿਆਰ ਹੁੰਦੀ ਹੈ ਤੇ ਪੁਲਿਸ ਕੋਈ ਨਾ ਕੋਈ ਬਹਾਨਾ ਲੱਭਦੀ, ਉਹ ਜਿਹਨਾਂ ਨੂੰ ਡਾਕੂ ਕਰਾਰ ਦੇ ਕੇ ਉਹਨਾਂ ਦੀ ਕਣਕ ਚੁੱਕ ਲਈ ਜਾਂਦੀ। ਤੇ ਫਿਰ ਉਹ ਬੰਦੇ ਕੀ ਕਰਨਗੇ? ਜਿਹੜੇ ਜਰਾਇਮ ਪੇਸ਼ਾ ਲੋਕ ਨੇ ਉਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ, ਇਹਦੀ ਮੰਗ ਸਾਰੀ ਕਰਨਗੇ। ਪਰ ਜਿਹੜੇ ਉੱਥੇ ਲੋਕ ਆਪਣੀ ਰੋਜ਼ੀ ਰੋਟੀ ਹਲਾਲ ਦੀ ਕਰਕੇ ਪਸੀਨਾ ਬਹਾ ਕੇ ਕਣਕ ਬੀਜਦੇ ਨੇ ਜਾਂ ਦੂਜੀ ਅਜਨਾਸ ਬੀਜ ਕੇ ਉਹ ਵੱਢਦੇ ਨੇ, ਤੇ ਫਿਰ ਉਹ ਕਣਕਾਂ ਜਾਂ ਅਜਨਾਸ ਜਿਹੜੀ ਹੈ ਉਹ ਇਦਾਰੇ ਚੁੱਕ ਲਿਆਉਣ ਤੇ ਫਿਰ ਉਹਨਾਂ ਦੇ ਹੱਥ ਮੈਨੂੰ ਤੁਸੀਂ ਇਹ ਦੱਸੋ ਕੀ ਰਹਿ ਜਾਏਗਾ? ਉਹ ਆਪਣੀ ਜ਼ਿੰਦਗੀ ਲੁੱਟ ਮਾਰ ਨਾ ਕਰਨਗੇ ਤੇ ਕੀ ਕਰਨਗੇ? ਇਹ ਮਸਲਾ ਅੱਜ ਦਾ ਨਹੀਂ ਹੈਗਾ। ਕੱਚੇ ਦੇ ਡਾਕੂਆਂ ਦਾ ਮਸਲਾ ਅੱਜ ਤੋਂ 40-45 ਸਾਲ ਤੋਂ ਹੁਕੂਮਤਾਂ ਬਦਲਦੀਆਂ ਆਈਆਂ ਨੇ, ਪਰ ਚੂੰਕਿ ਹੁਕਮਰਾਨ ਨਹੀਂ ਬਦਲੇ ਇਸ ਵਾਸਤੇ ਉੱਥੇ ਡਾਕੂਆਂ ਦਾ ਮਸਲਾ ਵੀ ਨਹੀਂ ਬਦਲਿਆ। ਇਹ ਪੂਰੇ ਤੁਸੀਂ 35-40 ਸਾਲ ਦੇ ਵਿੱਚ ਵੇਖ ਲਓ, 45 ਸਾਲ ਦੇ ਵਿੱਚ ਪਾਕਿਸਤਾਨ ਦਾ ਕਿਹੜਾ ਹੁਕਮਰਾਨ ਤਬਦੀਲ ਹੋਇਆ? ਹੁਕੂਮਤਾਂ ਤਾਂ ਉਹੀ ਨੇ, ਉਹੀ ਬੰਦੇ ਵਾਰੀ-ਵਾਰੀ ਹੁਕੂਮਤ ਦੇ ਵਿੱਚ ਆ ਜਾਂਦੇ ਨੇ। ਅਤੇ ਇਹਦਾ ਮਤਲਬ ਇਹ ਵੇ ਕਿ ਇਹ ਡਾਕੂ ਜਿਹੜੇ ਨੇ ਇਹ ਕਿਸੇ ਨਾ ਕਿਸੇ ਸਤ੍ਹਾ ਦੇ ਉੱਤੇ, ਜਿਹੜੇ ਲੋਕ ਪਾਰਲੀਮੈਂਟ 'ਚ ਬੈਠੇ ਨੇ, ਜਿਹੜੇ ਲੋਕ ਪੁਲਿਸ ਦੇ ਵਿੱਚ ਨੇ, ਜਿਹੜੇ ਲੋਕ ਇੰਤਜ਼ਾਮੀਆ ਦਾ ਹਿੱਸਾ ਹੈ, ਉਹਨਾਂ ਵਾਸਤੇ ਕੰਮ ਵੀ ਕਰਦੇ ਨੇ ਅਤੇ ਉਹ ਫਿਰ ਔਖੇ ਸੌਖੇ ਵੇਲੇ ਇਹਨਾਂ ਡਾਕੂਆਂ ਦੇ ਵੀ ਕੰਮ ਆਉਂਦੇ ਨੇ। ਅਤੇ ਇਹ ਇੱਕ ਐਸਾ ਸਾਡੇ ਪਾਕਿਸਤਾਨ ਵਾਸਤੇ ਮੈਂ ਕਹਿੰਦਾ ਲਮਹਾ ਫਿਕਰੀਆ ਵੇ ਕਿ ਇੱਥੋਂ ਦੇ ਇਦਾਰੇ ਜਿਹੜੇ ਨੇ ਅਰਬਾਂ ਰੁਪਇਆ ਹਰ ਸਾਲ ਕੱਚੇ ਦੇ ਡਾਕੂਆਂ ਦੇ ਖਿਲਾਫ ਆਪਰੇਸ਼ਨ ਦੇ ਨਾਂ 'ਤੇ ਫੂਕ ਦਿੰਦੇ ਨੇ, ਪਰ ਨਤੀਜਾ ਕੁਝ ਨਹੀਂ ਨਿਕਲਦਾ। ਇਹ ਹੁਣ ਫਿਰ ਸਾਰਾ ਕੁਝ ਜਦੋਂ ਹੋ ਗਿਆ, ਕਣਕਾਂ ਵਗੈਰਾ ਪੱਕ ਗਈਆਂ ਨੇ, ਕੁਛ ਇਲਾਕੇ ਤੋਂ ਚੁੱਕੀਆਂ ਵੀ ਗਈਆਂ ਨੇ ਸਿੰਧ ਦੇ ਵਿੱਚੋਂ, ਅਤੇ ਵਜ਼ੀਰ ਆਲਾ ਸਿੰਧ ਨੇ ਕਿਹਾ ਕਿ ਜਨਾਬ 3 ਸੂਬਿਆਂ ਦੀ ਜਿਹੜੀ ਪੁਲਿਸ ਹੈ ਉਹ ਰਲ ਕੇ ਇੱਥੇ ਆਪਰੇਸ਼ਨ ਕਰੇ, ਬਲੂਚਿਸਤਾਨ, ਪੰਜਾਬ ਅਤੇ ਸਿੰਧ ਦੀ। ਉਹਨਾਂ ਨੇ ਵਫਾਕੀ ਜਿਹੜੇ ਵਜ਼ੀਰ ਦਾਖਲਾ ਨੇ ਮੋਹਸਿਨ ਨਕਵੀ, ਉਹਨਾਂ ਨੂੰ ਵੀ ਕਿਹਾ ਕਿ ਜਨਾਬ ਇਸ ਸਿਲਸਿਲੇ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ। ਅਤੇ ਮੈਂ ਸੋਚਣ ਡਿਆ ਵਾਂ ਕਿ ਪੱਕੇ ਦੇ ਹਾਲਾਤ ਠੀਕ ਨਹੀਂ ਹੈਗੇ, ਅਤੇ ਉਨੀ ਦੇਰ ਠੀਕ ਨਹੀਂ ਹੋਣੇ ਜਿੰਨੀ ਦੇਰ ਤੱਕ ਤੁਸੀਂ ਸ਼ਹਿਰ ਪਿੰਡ ਔਰ ਜੰਗਲਾਂ ਦੇ ਵਿੱਚ ਜਿਹੜੇ ਕੱਚੇ ਦੇ ਇਲਾਕੇ ਨੇ ਉਹ ਠੀਕ ਨਾ ਕਰੋਗੇ। ਉੱਥੋਂ ਦੇ ਮਹਿਰੂਮਾਂ ਨੂੰ ਜਦੋਂ ਤੁਸੀਂ ਉਹਨਾਂ ਦਾ ਹੱਕ ਨਹੀਂ ਦਿਓਗੇ, ਉੱਥੇ ਦੇ ਜ਼ਾਲਮ ਦਾ ਹੱਥ ਨਹੀਂ ਫੜੋਗੇ, ਉਨੀ ਦੇਰ ਤੱਕ ਇਹ ਜਿਹੜਾ ਕੱਚਾ ਹੈ ਨਾ, ਇੱਥੇ ਵੀ ਡਾਕੂ ਜੰਮਦੇ ਰਹਿਣਗੇ ਅਤੇ ਇਹ ਸਾਡੀ ਰਿਆਸਤ ਵਾਸਤੇ, ਸਾਡੀਆਂ ਹਕੂਮਤਾਂ ਵਾਸਤੇ, ਸਾਡੇ ਲੋਕਾਂ ਵਾਸਤੇ ਮਸਾਇਲ ਪੈਦਾ ਕਰਦੇ ਰਹਿਣਗੇ। ਜਿਉਂਦੇ ਰਹੋ, ਖੁਸ਼ ਰਹੋ।